ਵਾਹਿਗੁਰੂ जी का खालसा वाहिगुरू जी की फतेह। दर्शकों मैं ਤੁਹਾਡਾ ਆਪਣਾ ਪਾਵੇਲ ਅਗਸਟਸ ਸੋ ਬਹੁਤ ਸਵਾਗਤ ਕਰਦਾ ਮੈਂ ਤੁਹਾਡਾ ਬਹੁਤ ਜੀ ਆਇਆਂ ਨੂੰ ਕਹਿੰਦਾ ਤੁਹਾਨੂੰ ਤੁਹਾਡੇ ਆਪਣੇ ਚੈਨਲ ਪਰਚਮ ਪੰਜਾਬ ਨਿਊਜ਼ ਦੇ ਵਿੱਚ। ਸੋ ਦਰਸ਼ਕੋ ਅੱਜ ਅਸੀਂ ਹਾਜ਼ਰ ਹੋਏ ਹਾਂ ਅਸੀਂ ਪਿੰਡ ਢਿਲਵਾਂ ਦਾ ਹੀ ਇੱਕ ਹੋਰ ਨਵਾਂ ਮੁੱਦਾ ਲੈ ਕੇ ਜੋ ਕਿ ਪਿਛਲੇ ਕਾਫੀ ਸਾਲਾਂ ਤੋਂ ਪਿੰਡ ਵਾਸੀਆਂ ਦੀ ਦਾ ਇੱਕ ਬਹੁਤ ਵੱਡਾ ਮੁੱਦਾ ਆ ਪਿੰਡ ਦੀ ਸਾਫ਼ ਸਫਾਈ ਨੂੰ ਲੈ ਕੇ। ਅੱਜ ਸਵੱਛ ਭਾਰਤ ਅਭਿਆਨ ਦੇ ਬੋਰਡ ਜਗ੍ਹਾ ਤੇ ਲੱਗੇ ਨੇ ਪਰ ਸਵੱਛ ਭਾਰਤ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਆ। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਪਿੰਡ ਢਿਲਵਾਂ ਦੇ ਹੀ ਮਾਮਦ ਕੀ ਪੱਤੀ ਦੇ ਵਿੱਚ ਔਰ ਇੱਥੋਂ ਦਾ ਜੋ ਹਾਲ ਆ ਔਰ ਜੋ ਇੱਥੋਂ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਨੇ ਜੋ ਇੱਥੋਂ ਦੇ ਨਿਵਾਸੀ ਨੇ ਉਹਨਾਂ ਨੂੰ ਕੀ ਤੰਗੀਆਂ ਕੀ ਪਰੇਸ਼ਾਨੀਆਂ ਆ ਰਹੀਆਂ ਆ ਆਓ ਉਹਨਾਂ ਨਾਲ ਮਿਲ ਕੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਔਰ ਜੋ ਗੰਦਗੀ ਦੇ ਢੇਰ ਜੋ ਇੱਥੇ ਜਗ੍ਹਾ ਤੇ ਲੱਗੇ ਨੇ ਕੋਈ ਸੀਵਰੇਜ ਸਿਸਟਮ ਨਹੀਂ ਇੱਥੇ ਹੈਗਾ ਕੋਈ ਲਾਈਟਿੰਗ ਦਾ ਇੱਥੇ ਪ੍ਰਬੰਧ ਨਹੀਂ ਹੈਗਾ ਔਰ ਹੋਰ ਜੋ ਵੀ ਤੰਗੀਆਂ ਪਰੇਸ਼ਾਨੀਆਂ ਇੱਥੇ ਲੋਕਾਂ ਨੂੰ ਆ ਰਹੀਆਂ ਨੇ ਆਓ ਉਹਨਾਂ ਨਾਲ ਮਿਲ ਕੇ ਗੱਲਬਾਤ ਕਰਦੇ ਹਾਂ ਤੇ ਉਹਨਾਂ ਦੇ ਵਿਚਾਰ ਸੁਣਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। सत श्री अकाल वाहिगुरू जी का खालसा ते वाहिगुरू जी की फतेह। मैं मलकीत सिंह पत्ती महमद की वार्ड नंबर 4-6 दी पार्क जिहड़ी कि भगत सिंह पार्क है ਉਹਦੇ ਵਿੱਚ ਅਸੀਂ ਖੜੇ ਹਾਂ। ਇੱਥੇ ਬਹੁਤ ਸੋਹਣੇ ਦਰਖਤ ਲੱਗੇ ਸੀਗੇ ਕਿ ਜਿਹੜੇ ਕੁਝ ਸਾਡੇ ਮੈਂਬਰਾਂ ਨੇ ਉਹ ਕਟਵਾ ਦਿੱਤੇ ਆ। ਉਹਨਾਂ ਨੂੰ ਕੱਟਿਆਂ ਨੂੰ ਵੀ 5-6 ਮਹੀਨੇ ਹੋ ਗਿਆ ਲੇਕਿਨ ਇਸ ਪਾਰਕ ਦੀ ਮੁੜ ਕੇ ਸੁਧਾਰ ਨਹੀਂ ਕੀਤਾ ਗਿਆ ਨਾ ਕੋਈ ਬੂਟਾ ਲਾਇਆ ਗਿਆ। ਆਸੇ ਪਾਸੇ ਰੋਡ ਜਿਹੜੇ ਆ ਉਹ ਸਾਰੇ ਪੱਟੇ ਹੋਏ ਆ। ਹਾਂਜੀ ਉਹ ਦੇਖੋ ਜੀ ਰੋਡ ਜਿੱਥੋਂ ਦਰਖਤ ਪੱਟਿਆ ਨਾ ਕਮੇਟੀ ਦੇ ਗਾੜੇ ਵੀ ਜਾ ਕੇ ਮੈਂ ਬੇਨਤੀ ਕੀਤੀ ਲਿਖ ਕੇ ਵੀ ਦਿੱਤਾ ਕਮੇਟੀ ਨੂੰ। ਕਮੇਟੀ ਵਾਲਿਆਂ ਨੇ ਕੋਈ ਵੀ ਕੰਮ ਨਹੀਂ ਕੀਤਾ ਤੇ ਮੈਂ ਇਹੀ ਬੇਨਤੀ ਕਰਦਾ ਕਿ ਇਸ ਪਾਰਕ ਦੀ ਜਿਹੜੀ ਹਾਲਤ ਆ ਉਹ ਬਹੁਤ ਤਰਸਯੋਗ ਹੋਈ ਆ। ਹੁਣ ਇੱਥੇ ਕੋਈ ਛਾਂ ਦਾ ਜੁਗਾੜ ਨਹੀਂਗਾ ਦਿਨ ਰਾਤ ਧੁੱਪ ਰਹਿੰਦੀ ਆ। ਇੱਧਰ ਨਿੰਮਾਂ ਦੇ ਬੂਟੇ ਸੀਗੇ ਟਾਹਲੀਆਂ ਦੇ ਬੂਟੇ ਸੀਗੇ ਉਹ ਸਾਰੇ ਇਹਨਾਂ ਨੇ ਕਟਾਤੇ ਆ ਤੇ ਜਿਨ੍ਹਾਂ ਦੇ ਵਿੱਚ ਹਰ ਇੱਕ ਛਾਵੇਂ ਬਹਿੰਦਾ ਸੀ ਤੇ ਬੈਂਚਾਂ ਦੇ ਉੱਤੇ ਹੁਣ ਬੈਂਚ ਵੀ ਅੰਦਰ ਹਵੇਲੀ 'ਚ ਰੱਖੇ ਹੋਏ ਆ ਤੇ ਕੋਈ ਵੀ ਪਾਰਕ ਦੇ ਸੁਧਾਰ ਵੱਲ ਨਹੀਂ ਜਾਂਦਾ ਤੇ ਆਪੋ ਆਪਣੇ ਕੰਮਾਂ ਨੂੰ ਪਏ ਹੋਏ ਆ। ਮੈਂ ਤਾਂ ਬੇਨਤੀ ਇਹੋ ਹੀ ਕਰਨਾ ਚਾਹੁੰਦਾ ਕਿ ਕਮੇਟੀ ਵਾਲਿਆਂ ਨੂੰ ਵੀ ਕਿਹਾ ਸੀ ਕਿ ਸਾਡੇ ਆ ਛੱਪੜ ਦੇ ਕੋਲ ਜਿੰਨਾ ਮਾਮਦ ਕੀ ਪੱਤੀ ਦਾ ਕੂੜਾ ਉਹ ਇੱਥੇ ਛੱਪੜ ਦੇ ਕੋਲ ਸੁੱਟੀ ਜਾਂਦੇ ਆ ਤੇ ਲਿਖ ਕੇ ਵੀ ਸਾਈਨ ਕਰਾ ਕੇ ਐਪਲੀਕੇਸ਼ਨ ਲਿਖ ਕੇ ਵੀ ਆ ਮੇਰੇ ਨਾਲ ਵੀਰ ਸਾਰੇ ਸੱਜਣ ਨਾਲ ਸੀਗੇ ਇਹਨਾਂ ਦੇ ਨਾਲ ਜਾ ਕੇ ਉੱਥੇ ਉਹਨਾਂ ਨੇ ਕਿਹਾ ਕਿ ਅਸੀਂ ਕੱਲ੍ਹ ਨੂੰ ਪਰਸੋਂ ਨੂੰ JCB ਦੇ ਨਾਲ ਸਾਰਾ ਕੂੜਾ ਜਿਹੜਾ ਚੁਕਵਾਇਆ ਜਾਊਗਾ। ਲੇਕਿਨ 1 ਮਹੀਨੇ ਤੋਂ ਉੱਤੇ ਹੋ ਗਿਆ ਉਹਨਾਂ ਨੇ ਇਹ ਕੂੜਾ ਕੋਈ ਨਹੀਂ ਚੁਕਵਾਇਆ ਤੇ ਸਾਡੀ ਗਾੜੀ ਫਿਰ ਇਹਨਾਂ ਸੈਨਨ ਵਾਲੇ ਮੁੰਡਿਆਂ ਨੂੰ ਅਸੀਂ ਬੇਨਤੀ ਕੀਤੀ ਹੈ ਸਾਡੇ ਕੋਲ ਆਏ ਆ ਕਿ ਸਾਡੇ ਸੱਜਣਾਂ ਤੇ ਬਾਹਰ ਸਾਰੇ ਵੀ ਜਿੰਨੇ ਵੀ ਭੈਣ ਭਰਾ ਸਾਡੇ ਬਾਹਰ ਪ੍ਰਦੇਸੀ ਆ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡੀ ਪੱਤੀ ਦਾ ਕੀ ਹਾਲ ਆ। ਸਾਡੇ ਢਿਲਵਾਂ ਦੀ ਤਰਸਯੋਗ ਹਾਲਤ ਹੋਈ ਆ ਕਿ ਇਹਨੂੰ ਬਣਾਉਣ ਦਾ ਕੰਮ ਕੀਤਾ ਜਾਵੇ। ਇਹਦੇ ਉੱਤੇ ਕਮੇਟੀ ਵੱਲੋਂ ਵੀ ਪੈਸੇ ਮਨਜ਼ੂਰ ਕਹਿੰਦੇ ਕੀਤੇ ਸੀਗੇ। ਪ੍ਰਧਾਨ ਦੀ ਡੈਥ ਹੋ ਗਈ ਆ ਉਹਨੇ ਮੈਨੂੰ 3 ਲੱਖ ਆਖਿਆ ਸੀ ਕਿ ਦੁਬਾਰਾ ਬਹੁਤ ਫਸਟ ਕਲਾਸ ਫਿਰ ਦੁਬਾਰਾ ਬਣਾਈ ਜਾਊਗੀ ਲੇਕਿਨ ਉਹਦੇ ਮਨ ਤੋਂ ਬਾਅਦ ਕੋਈ ਕਮੇਟੀ ਵਾਲਾ ਇੱਥੇ ਬੰਦਾ ਕੋਈ ਕੰਮ ਨਹੀਂ ਕਰਕੇ ਰਾਜੀ। ਤਰ੍ਹਾਂ ਦੇ ਲੋਕ ਆਉਂਦੇ ਸਾਡੇ ਕੋਲ ਖਾਸ ਕਰਕੇ ਤੇ ਸਾਡੇ ਪਿੰਡ ਦੇ ਜਿਹੜੇ ਜਵਾਈ ਭਾਈ ਆ ਲਾਗੇ ਛਾਗੇ ਵਾਲੇ ਜਦੋਂ ਆਉਂਦੇ ਇਸੇ ਪਾਰਕ 'ਚ ਆ ਕੇ ਬਹਿੰਦੇ ਔਰ ਖਾਸ ਕਰਕੇ ਪਹਿਲਾਂ ਤੇ ਜਦੋਂ ਛਾਂ ਸੀਗੀ ਵੀਰ ਜੀ ਉਦੋਂ ਤੇ ਕਾਫੀ ਦਿਨੇ ਵੀ ਆਉਂਦੇ ਸੀਗੇ ਤੇ ਰਾਤ ਨੂੰ ਵੀ ਲਾਕੀ ਸੈਰ ਕਰਨ ਇੱਥੇ ਆਉਂਦੇ ਆ। ਪਹਿਲਾਂ ਇਹ ਲੋਕਾਂ ਨੇ ਇਹ ਗੱਲ ਕੀਤੀ ਕਿ ਸਪੈਦੇ ਵਢਾਉਣੇ ਆ ਜੀ। ਆ ਲਾਗੇ ਕੈਮਰਾ ਮਾਰੋ ਆ ਕੋਠੀ ਦਾ ਕਰਕੇ ਸਾਰਾ ਕੁਛ ਇਹਨਾਂ ਨੇ ਕੀਤਾ ਜੀ। ਇਹ ਜਿਹੜਾ ਗੁਰਦੁਆਰੇ ਦਾ ਕੋਈ ਕਰਿੰਦਾ ਆ ਉਹਦੇ ਆਪਣੇ ਬੰਦਿਆਂ ਦਾ ਹੈਗਾ ਜੀ ਕੁਛ ਠੀਕ ਹੈ ਜੀ। ਉਹ ਇੱਕ ਸਪੈਦਾ ਵਢਾਉਣ ਦੀ ਖਾਤਰ ਚਲੋ ਕੋਈ ਨਹੀਂ ਅਸੀਂ ਨਹੀਂ ਕਹਿੰਦੇ ਵੀ ਉਹ ਸਪੈਦਾ ਮਾੜਾ ਸੀਗਾ ਸਪੈਦਾ ਵੱਢ ਲੈਂਦੇ ਆ ਬਾਕੀ ਸਾਰੇ ਰੁੱਖ ਵਢਾਏ ਕੋਈ ਦੁੱਖ ਨਹੀਂ ਵੀ ਤੁਸੀਂ ਰੁੱਖ ਵਢਾ ਲਏ ਗੁਰਦੁਆਰੇ ਵੀ ਸੁੱਟ ਦਿੱਤੇ ਕੋਈ ਗੱਲ ਨਹੀਂ। ਪਰ ਆ ਜਿਹੜੀ ਪਾਰਕ ਦਾ ਹਾਲ ਆ ਇਹ ਵੀਰ ਜੀ ਤੁਸੀਂ ਆਪ ਦੇਖ ਸਕਦੇ ਆ। ਕੋਈ ਜਵਾਈ ਭਾਈ ਜਾਂ ਬੱਚਾ ਕੋਈ ਆਵੇ ਉਹਦਾ ਠੇਡਾ ਲੱਗੇ ਸੱਟ ਪੇਟ ਲੱਗ ਜੇ ਅੱਜ ਕੱਲ੍ਹ ਤਾਂ ਉੱਦਾਂ ਹੀ ਲੋਕਡਾਊਨ ਚੱਲਣ ਡਿਆ ਵੀਰ ਜੀ ਘਰੋਂ ਘਰ ਪੈਸੇ ਦੀ ਬੜੀ ਆਮਦਨ ਘੱਟ ਆ। ਕਿਸੇ ਵੀਰ ਭਰਾ ਦੇ ਸੱਟ ਪੇਟ ਲੱਗ ਜੇ ਇਹਦਾ ਕੌਣ ਜ਼ਿੰਮੇਵਾਰ ਆ ਸਰ ਕੋਈ ਨਹੀਂ। ਇਸ ਕਰਕੇ ਵੀਰ ਜੀ ਬੇਨਤੀ ਕੀਤੀ ਜਾਂਦੀ ਆ ਵੀ ਸਾਡੀ ਪਾਰਕ ਦਾ ਸੁਧਾਰ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਪਿੰਡ ਦੇ ਮੋਤਬਰ ਨੌਜਵਾਨ ਸੱਜਣ ਸਾਡੇ ਪੁੱਤਰਾਂ ਦੇ ਸਮਾਨ ਜੋ ਵੀ ਇੱਥੇ ਇਕੱਤਰ ਹੋਏ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਬੇਨਤੀਆਂ 1-2 ਕਰਨੀਆਂ ਵਿਚਾਰਾਂ ਕਰਨੀਆਂ। ਨੌਜਵਾਨਾਂ ਦਾ ਹੁਕਮ ਹੋਇਆ ਕਿ ਇਹ ਜੋ ਪੱਤੀ ਮਾਮਦ ਕੀ ਆ ਇੱਥੇ ਘੋਰ ਨਰਕ ਪਿਆ ਹੋਇਆ
ਇਹ ਨੌਜਵਾਨਾਂ ਦਾ ਬਹੁਤ ਧੰਨਵਾਦ ਵਾ ਜਿਹੜਾ ਸਟੈਪ ਚੱਕਣ ਲੱਗੇ ਆ। ਬਾਕੀ ਨਰਕ ਇਹ ਆ ਵੀ ਸਾਰੇ ਪਿੰਡ ਦਾ ਪਾਣੀ ਜਿਹੜਾ ਉਹ ਮਾਮਦ ਕੀ ਪੱਤੀ 'ਚ ਪਾਇਆ ਗਿਆ। ਕੋਈ ਵੀ ਨਹੀਂ ਉੱਠਿਆ MC ਜਾਂ ਕੋਈ ਮੋਹਤਬਰ। ਹੁਣ ਇਸ ਟਾਈਮ ਸਾਡੀ ਮਾਲਕੀ ਜੋ ਆ, ਮਾਲਕੀ ਦੇ ਵਿੱਚ ਸਾਰੇ ਸ਼ਹਿਰ ਦਾ ਨਰਕ ਜੋ ਕੂੜਾ ਕਰਕਟ ਵਾ ਇੱਥੇ ਸਿੱਟਿਆ ਜਾਂਦਾ, ਜੋ ਕਿ ਬਹੁਤ ਹੀ ਜਿੱਥੇ ਕੂੜਾ ਕਰਕਟ ਸਿੱਟ ਹੁੰਦਾ ਉਹਦੇ ਨਜ਼ਦੀਕ ਗੁਰਦੁਆਰਾ ਸਾਹਿਬ ਬਿਲਕੁਲ ਨਜ਼ਦੀਕ ਹੈ, ਜੋ ਕਿ ਇੱਥੇ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਕਿ ਇੱਥੇ ਜਿਤਨੀ ਵੀ ਹੋ ਸਕੇ ਸਫਾਈ ਹੋਣੀ ਚਾਹੀਦੀ ਆ। ਪਰ ਧੰਨਵਾਦ ਆ ਇਹਨਾਂ ਨੌਜਵਾਨਾਂ ਦਾ, ਇਹਨਾਂ ਨੇ ਸਟੈਪ ਚੱਕਿਆ। ਕਿਸੇ ਨੇ ਦਰਦ ਨਹੀਂ ਉਠਾਇਆ। ਜੋ ਕੂੜਾ ਕਰਕਟ ਸਾਰੇ ਸ਼ਹਿਰ ਦਾ ਵਾ ਇੱਥੇ ਸਿੱਟਿਆ ਜਾਂਦਾ। ਇਹ ਜੋ ਕੂੜਾ ਕਰਕਟ ਵਾ ਇਹਦੇ ਬਾਬਤ ਨੌਜਵਾਨਾਂ ਨੇ ਨਗਰ ਪੰਚਾਇਤ ਦਫ਼ਤਰ ਵਿੱਚ ਇੱਕ ਦਰਖਾਸਤ ਵੀ ਦਿੱਤੀ ਗਈ ਆ, ਕੋਈ ਉੱਤੇ ਅਮਲ ਨਹੀਂ ਹੋਇਆ। ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਦੇ ਤੇ ਬਿਲਕੁਲ ਜੂੰ ਨਹੀਂ ਸਰਕਦੀ ਵੀ ਅਸੀਂ ਵੀ ਕੋਈ ਇੱਥੇ ਸਫਾਈ ਦਾ ਕੰਮ ਕਰੀਏ। ਉਹ ਗੁਰੂ ਘਰ 'ਚ ਸਫਾਈ ਨਹੀਂ ਕਰਾ ਸਕਦੇ ਤੇ ਉਹਨਾਂ ਨੇ ਲਾਗੇ ਗੁਰਦੁਆਰੇ ਦੇ ਲਾਗੇ ਸਫਾਈ ਕੀ ਕਰਾਉਣੀ ਆ। ਬਹੁਤ ਹੀ ਧੰਨਵਾਦ ਆ ਇਹਨਾਂ ਨੌਜਵਾਨਾਂ ਦਾ ਜਿਹੜੇ ਹੁਣ ਇਹ ਸਟੈਪ ਚੱਕਿਆ। ਸਾਡਾ ਸੰਯੋਗ ਆ ਇਹਨਾਂ ਨਾਲ। ਦੂਜੀ ਬੇਨਤੀ ਆ, ਜਿਤਨਾ ਵੀ ਇੱਥੇ ਤਕਰੀਬਨ 20-25 ਸਾਲ ਹੋਏ ਆ MC ਜਿਹੜਾ ਵਾ ਸਾਡੇ ਵਾਰਡ ਦੇ ਲੋਕ ਬਾਹਰਲੇ ਵਾਰਡ ਦਾ MC ਬਣਾਉਂਦੇ ਆ। ਉਹ ਕੀ ਸਵਾਰੂ ਇੱਥੇ ਆਣ ਕੇ ਸਾਡੇ ਵਾਰਡ 'ਚ ਕਿਉਂ ਚੱਲ ਕੇ ਆਉਣਾ? ਕਿੱਦਾਂ ਦੇ ਨੌਜਵਾਨ ਆ? ਇਹਨਾਂ ਸਾਰੇ ਨੌਜਵਾਨਾਂ ਨੂੰ ਇੱਕ ਬੇਨਤੀ ਆ ਵੀ ਆਪਣਾ ਸਰਬਸੰਮਤੀ ਨਾਲ MC ਚੁਣੋ। ਜਿਹੜਾ ਵੀ ਤੁਹਾਨੂੰ ਸੁਲਝਿਆ ਹੋਇਆ ਸਿਆਣਾ ਬੰਦਾ ਲੱਗੇ, ਸਾਰੇ ਇਤਫਾਕ ਨਾਲ ਜਿਹੜੀ ਦੁਸ਼ਮਣੀ ਦਵੈਤ ਆ ਉਹ ਬਾਹਰ ਛੱਡ ਕੇ, ਇਹ ਨਹੀਂ ਵੀ ਅਸੀਂ ਲੱਤਾਂ ਖਿੱਚਣੀਆਂ। ਘਰੇਲੂ ਮਸਲੇ ਬਹੁਤ ਆ, ਘਰੇਲੂ ਮਸਲੇ ਜਿਹੜੇ ਉਹ ਅਲੱਗ ਰੱਖ ਕੇ ਆਪਾਂ ਜੇਕਰ ਆਪਣੇ ਪੱਤੀ ਦਾ ਸੁਧਾਰ ਕਰੀਏ, ਜੋ ਵੀ ਸਾਨੂੰ ਹੁਕਮ ਲਾਉਣਗੇ ਨੌਜਵਾਨ, ਅਸੀਂ ਉਸ ਹੁਕਮ 'ਤੇ ਫੁੱਲ ਚੜਾਵਾਂਗੇ। ਹਰ ਕਿਸਮ ਦੀ ਮਦਦ, ਮਸ਼ੀਨਰੀ ਦੀ ਮਦਦ, ਜੋ ਵੀ ਇਹ ਕਹਿਣ ਅਸੀਂ ਤਿਆਰ ਵਾਂ। ਜੇਕਰ ਇੱਥੇ ਸਫਾਈ ਹੋ ਜਾਵੇ, ਸਰਦਾਰ ਮਲਕੀਤ ਸਿੰਘ ਇਹਨਾਂ ਦਾ ਬੜਾ ਸਫਾਈ ਦਾ ਉਤਸ਼ਾਹ ਵਾ। ਦੂਜਾ ਇਹ ਪਾਰਕ ਵਾ, ਪਾਰਕ ਦੇ ਵਿੱਚੋਂ ਰੁੱਖ ਵੱਢ ਕੇ ਪੈਸੇ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਆ। ਉਹ ਪੈਸੇ ਦੁਬਾਰਾ ਇੱਥੇ ਲਾਏ ਜਾਣ। ਜਿਹੜੇ ਰੁੱਖਾਂ ਦੇ ਪੈਸੇ ਵੱਟੇ ਆ ਉਹ ਪੈਸੇ ਇੱਥੇ ਦੁਬਾਰਾ ਲਗਾਏ ਜਾਣ, ਜੋ ਕਿ ਵਧੀਆ ਇਹ ਪਾਰਕ ਬਣ ਸਕੇ। ਜੋ ਵੀ ਵਿਦੇਸ਼ਾਂ 'ਚੋਂ ਸਾਡੇ ਭਰਾ, ਬੱਚੇ, ਬਜ਼ੁਰਗ ਆਉਣ, ਉਹਨਾਂ ਨੂੰ ਇਹ ਚੰਗਾ ਲੱਗੇ। ਬਹੁਤ ਛੋਟੇ ਛੋਟੇ ਪਿੰਡਾਂ 'ਚ ਜਾਈਦਾ ਵਾ, ਪਿੰਡਾਂ ਦੇ ਦੁਆਲੇ ਫੁੱਲ ਲੱਗੇ ਹੋਏ ਆ, ਪਰ ਇੱਥੇ ਫੁੱਲ ਤੇ ਕੀ ਲੱਗਣੇ, ਇੱਥੇ ਗੰਦਗੀ ਦੇ ਢੇਰ ਜ਼ਰੂਰ ਹੈਗੇ ਆ। ਆਉਣਾ ਵਿਚਾਰਿਆਂ ਕਿਸੇ ਨੇ ਕੀ ਆ ਇਹਨਾਂ ਕੁਝ ਕਹਿੰਦੇ ਹੋਏ, ਕੋਈ ਵੀ ਲਫ਼ਜ਼ ਕਿਸੇ ਦੇ ਵਰਖਲਾਫ ਕਿਹਾ ਗਿਆ ਹੋਵੇ ਤਾਂ ਖਿਮਾ ਦਾ ਜਾਚਕ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ, ਹੁਣ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਇੱਕ ਢਿਲਵਾਂ ਦੀ ਬਹੁਤ ਖੂਬਸੂਰਤ ਜਗ੍ਹਾ ਕਿ ਜਿਸ ਦੇ ਵਿੱਚੋਂ ਮਹਿਕਾਂ ਹੀ ਆ ਰਹੀਆਂ ਤੇ ਤੁਸੀਂ ਦੇਖੀ ਵੀ ਜਾਓ ਕਿ ਕਮੇਟੀ ਦਾ ਆਹ ਹਾਲ ਆ। ਔਰ ਇੱਥੇ ਬਦਬੂ, ਕੂੜਾ ਕਰਕਟ ਲਾਗਿਓਂ ਦੀ ਰੋਡ ਦੇ ਉੱਤੇ ਲੰਘਣਾ ਜਿਹੜਾ ਬਹੁਤ ਔਖਾ ਹੋਇਆ ਪਿਆ ਲੋਕਾਂ ਦਾ। ਨੱਕ ਦੇ ਵਿੱਚ ਸਾਹ ਨਹੀਂ ਆਉਣ ਦਿਆ ਕਿ ਇੱਦਾਂ ਦੀ ਭੈੜੀ ਹਾਲਤ ਵਾ ਕਿ ਇਹ ਹਾਲਤ ਆ ਕਮੇਟੀ ਦੀ। ਇੱਥੇ ਕੂੜਾ ਸੁੱਟੀ ਜਾਂਦੇ ਆ। ਅਸੀਂ ਤਾਂ ਇਹੀ ਬੇਨਤੀ ਕਰ ਸਕਦੇ ਹਾਂ ਕਿ ਇੱਥੇ ਸਫਾਈ ਹੋ ਕੇ ਕੂੜਾ ਨੂੰ ਵਿੱਚ ਛੱਪੜ ਦੇ ਸੁੱਟਿਆ ਜਾਵੇ ਤੇ ਜਾਂ ਇੱਥੋਂ ਚੱਕਿਆ ਜਾਵੇ, ਇੱਥੇ ਕੋਈ ਕੂੜਾ ਨਾ ਸੁੱਟੇ। ਆਹ ਦੇਸਾਂ ਪ੍ਰਦੇਸਾਂ ਦੇ ਵਿੱਚ ਆਹ ਢਿਲਵਾਂ ਦਾ ਹਾਲ ਆ, ਢਿਲਵਾਂ ਦਾ ਕੂੜੇ ਕਰਕਟ ਦਾ ਔਰ ਢਿਲਵਾਂ ਦੀ ਕਮੇਟੀ ਦਾ। ਔਰ ਉਹ ਮੇਰੇ ਵੀਰ ਭਰਾ ਜਿਹੜੇ ਸਾਰੇ ਦੇਖਦੇ ਆ, ਇਹ ਤੇ ਕੁਛ ਇਹਨਾਂ ਨੂੰ ਚਾਨਣਾ ਪਾਉਣ, ਕੁਝ ਬੇਨਤੀ ਕਰਨ ਕਿ ਆਖੇ ਲੱਗਣ। ਕਮੇਟੀ ਅੱਗੇ ਅਸੀਂ ਵੀ ਫਰਿਆਦ ਕੀਤੀ ਆ, ਪਰ ਕਮੇਟੀ ਵੀ ਦੇ ਸਿਰ ਤੇ ਜੂੰ ਨਹੀਂ ਸਰਕਦੀ ਕਿ ਕਮੇਟੀ ਕੁਛ ਨਹੀਂ ਕਰ ਰਹੀ। ਅਸੀਂ ਸਾਰਿਆਂ ਨੇ ਲਿਖ ਕੇ ਦਿੱਤਾ ਹੋਇਆ, ਸਾਈਨ ਕਰਾ ਕੇ। ਮੈਂ ਖੁਦ ਆਪ ਨਾਲ ਜਾ ਕੇ ਇਹਨਾਂ ਮੁੰਡਿਆਂ ਦੇ ਉੱਥੇ ਉਹਨਾਂ ਦੇ ਗਾੜੀ ਉਹਨਾਂ ਨਾਲ ਗੱਲ ਕੀਤੀ, ਪਰ ਨਹੀਂ, ਉਹ ਕਹਿੰਦੇ ਵੀ ਅਸੀਂ ਕੱਲ੍ਹ ਨੂੰ ਕਰਾ ਦਾਂਗੇ, ਪਰਸੋਂ ਨੂੰ ਕਰਾ ਦਾਂਗੇ। ਲੇਕਿਨ 1.5 ਮਹੀਨਾ ਹੋ ਗਿਆ, ਉਹਨਾਂ ਨੇ ਕੋਈ ਕੁਛ ਨਹੀਂ ਜੀ ਕੀਤਾ। ਔਰ ਦੇਖੋ ਕਿੱਡੀ ਇੱਥੇ ਗੰਦਗੀ ਆ, ਕਿੱਡਾ ਭੈੜਾ ਹਾਲ ਆ, ਮੰਦਾ ਹਾਲ ਆ। ਇਹ ਸਾਡੀ ਕਮੇਟੀ ਦਾ ਹਾਲ ਆ। ਵਾਹਿਗੁਰੂ ਜੀ ਕਾ ਖਾਲਸਾ,
ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਤਨਾਮ ਸਿੰਘ ਢਿਲਵਾਂ, ਪਿੰਡ ਢਿਲਵਾਂ ਤੋਂ। ਅੱਜ ਅਸੀਂ ਆਏ ਹਾਂ ਪਿੰਡ ਢਿਲਵਾਂ, ਸਾਡੇ ਨਗਰ ਵਿੱਚ ਚੜ੍ਹਦੇ ਪਾਸੇ ਪੱਤੀ ਮੁਹੰਮਦ ਕੀ। ਸੋ ਇੱਥੇ ਪਹਿਲਾਂ ਤੁਹਾਨੂੰ ਸਾਰੇ ਸੱਜਣਾ ਨੇ, ਜਿੱਦਾਂ ਇੱਥੇ ਵਾਰਡ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਜੋ ਪਾਰਕ ਦੇ ਵਿੱਚੋਂ ਜਿਹੜੇ ਰੁੱਖਾਂ ਦੀ ਜਿਹੜੀ ਕਟਾਈ ਕੀਤੀ ਗਈ ਆ, ਇਹਦੇ ਬਾਰੇ ਮੈਂ ਪਹਿਲਾਂ ਵੀ ਕੱਲ੍ਹ ਪਰਸੋਂ ਲਾਈਵ ਹੋ ਕੇ ਦੱਸਿਆ ਹੈਗਾ ਕਿ ਜਿਵੇਂ ਉਹ ਸੜਕ ਨੂੰ ਆਪਣੀ ਜਿਹੜੀ ਲਿੰਕ ਰੋਡ ਆ ਢਿਲਵਾਂ ਤੋਂ ਨਡਾਲੇ ਨੂੰ, ਇਹਨੂੰ ਖੁੱਲ੍ਹੀ ਕਰਾਉਣ ਲਈ, ਇਹਦੀ ਚੌੜਾਈ ਵਧਾਉਣ ਲਈ ਮਤਾ ਪਾਸ ਕੀਤਾ ਗਿਆ ਵਾ। ਅਤੇ ਸਾਡੇ ਜਿਹੜੇ ਮਾਣਯੋਗ MLA ਉਹਨਾਂ ਨੇ ਇਸ ਬਾਰੇ ਇਹ ਪਾ ਕੇ ਪਾਸ ਕਰਾਇਆ ਇਸ ਨੂੰ। ਸੋ ਉਹਦਾ ਰੁੱਖਾਂ ਦੀ ਕਟਾਈ ਜਿਹੜੀ ਆ ਸਭ ਤੋਂ ਬਹੁਤ ਜ਼ਿਆਦਾ ਨੁਕਸਾਨ ਇਹਦਾ ਹੁੰਦਾ ਆ। ਰੁੱਖਾਂ ਦਾ ਸਾਨੂੰ ਮਹੱਤਵ ਸਮਝਣਾ ਚਾਹੀਦਾ। ਤੁਸੀਂ ਹੁਣ ਪਿੱਛੇ ਕਰੋਨਾ ਕਾਲ ਦੇ ਵਿੱਚ ਆਕਸੀਜਨ ਦੀ ਕਿੰਨੀ ਸਾਨੂੰ ਕਮੀ ਰਹੀ ਆ, ਕਿੱਦਾਂ ਲੋਕਾਂ ਦੀਆਂ ਆਕਸੀਜਨ ਦੇ ਬਿਨਾਂ ਮੌਤਾਂ ਹੋਈਆਂ ਨੇ, ਇਹ ਸਾਰਾ ਕੁਝ ਦੇਖਦੇ ਹੋਏ ਫਿਰ ਵੀ ਜੇ ਅਸੀਂ ਅੰਨ੍ਹੇਵਾਹ ਰੁੱਖਾਂ ਦੀ ਕਟਾਈ ਕਰਨੀ ਆ ਤਾਂ ਇਹ ਸਾਡੇ ਲਈ ਬਹੁਤ ਹੀ ਜਿਹੜੀ ਆ ਸ਼ਰਮਨਾਕ ਗੱਲ ਆ। ਸੋ ਨਗਰ ਪੰਚਾਇਤ ਨੇ ਜਿਹੜਾ ਇਸ ਘਟੀਆ ਕੰਮ ਨੂੰ ਅੰਜਾਮ ਜਿਹੜਾ ਦਿੱਤਾ ਜਾਂ ਦਵਾਇਆ ਗਿਆ ਕਿਸੇ ਵੀ ਤਰ੍ਹਾਂ, ਕਿਸੇ ਵੀ ਜਿਹੜੇ ਨੁਮਾਇੰਦੇ ਦੇ ਥਰੂ, ਸੋ ਇਹ ਸਭ ਤੋਂ ਜ਼ਿਆਦਾ ਘਟੀਆਪਨ ਸੀਗਾ ਜਿਹੜਾ ਕਿ ਇਹ ਰੁੱਖਾਂ ਦੀ ਕਟਾਈ ਕੀਤੀ ਗਈ। ਇਹ ਜਿਹੜੀ ਨਗਰ ਪੰਚਾਇਤ ਨੇ ਇਸ ਆਪਣੇ ਪਾਰਕ ਜਿਹੜੀ ਸੀਗੀ ਇਹਦੇ ਵਿੱਚ ਰੁੱਖਾਂ ਦੀ ਜਿਹੜੀ ਕਟਾਈ ਕੀਤੀ, ਇਹ ਸਭ ਤੋਂ ਨਿਚਲੇ ਪੱਧਰ ਦਾ ਕੰਮ। ਰੁੱਖਾਂ ਨੂੰ ਤਾਂ ਸਾਨੂੰ ਅੱਜ ਸੰਭਾਲਣ ਦੀ ਲੋੜ ਆ। ਰੁੱਖ ਹੋਣਗੇ, ਜਿੱਦਾਂ ਹੁਣ ਉਹ ਸੜਕ ਦੀ ਆਪਾਂ ਲਿੰਕ ਰੋਡ ਦੀ ਗੱਲ ਕਰ ਲਈਏ, ਉਸ ਨੂੰ ਚੌੜਾ ਕੀਤਾ ਜਾਏ ਤਾਂ ਕਿੰਨੇ ਰੁੱਖਾਂ ਦੀ ਸਾਨੂੰ ਬਲੀ ਦੇਣੀ ਪੈਣੀ ਆ। ਉਹ ਰੁੱਖ ਜਿਹੜੇ 50-50, 60-60, 70-70 ਸਾਲ ਪੁਰਾਣੇ ਰੁੱਖ ਆ, ਜਿਹੜੇ ਸਾਨੂੰ ਹਜ਼ਾਰਾਂ ਟਨਾਂ ਦੇ ਹਿਸਾਬ ਨਾਲ ਕਾਰਬਨ ਡਾਈਆਕਸਾਈਡ ਸੋਖ ਕੇ ਸਾਨੂੰ ਫਰੈਸ਼ ਜਿਹੜੀ ਆਕਸੀਜਨ ਪ੍ਰੋਵਾਈਡ ਕਰਵਾਉਂਦੇ ਆ, ਉਹ ਰੁੱਖ ਕਦੋਂ ਉਹਨਾਂ ਦੀ, ਜਦੋਂ ਇਹਨਾਂ ਦੀ ਕਟਾਈ ਹੋਊਗੀ ਤੇ ਸੜਕ ਤੇ ਬਖੂਬੀ ਚੌੜੀ ਹੋ ਜਾਊਗੀ, ਪਰ ਜਿਹੜਾ ਸਾਡੇ ਸਿਹਤ ਦਾ ਨੁਕਸਾਨ ਹੋਣਾ ਉਹ ਬਹੁਤ ਜ਼ਿਆਦਾ ਹੋਣਾ। ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਉਸ ਨੂੰ ਚੌੜਾ ਨਾ ਕਰਕੇ ਉਹਨੂੰ ਵਧੀਆ ਤਰੀਕੇ ਨਾਲ ਉਸ 'ਤੇ 1-2 ਲੇਅਰਾਂ ਬਣਾ ਕੇ ਉਹ ਸੜਕ ਨੂੰ ਵਧੀਆ ਬਣਾ ਦਿੱਤਾ ਜਾਵੇ, ਉਹੀ ਪ੍ਰੋਵਾਈਡ ਕਰਵਾਈ ਜਾਵੇ ਸਾਨੂੰ, ਉਹ ਸਭ ਤੋਂ ਵਧੀਆ ਗੱਲ ਆ। ਸੋ ਉਦੋਂ ਬਾਅਦ ਅਸੀਂ ਆ ਗਏ ਹਾਂ ਪਿੰਡ ਦੇ ਇਸ ਚੜ੍ਹਦੇ ਪਾਸੇ ਜਿਹੜੀ ਇਹ ਗੰਦਗੀ ਦਾ ਢੇਰ ਲੱਗਾ ਹੋਇਆ, ਇਸ ਬਾਰੇ ਗੱਲ ਕਰ ਲਈ ਆਪਾਂ। ਸੋ ਪਿੰਡ ਢਿਲਵਾਂ ਦੇ ਵਿੱਚ ਤਕਰੀਬਨ ਹਰ ਇੱਕ ਜਗ੍ਹਾ 'ਤੇ ਗੰਦਗੀ ਦੇ ਢੇਰ ਜਿਹੜੇ ਤੁਸੀਂ ਪਿੰਡ ਦੇ ਵਿੱਚ ਵੜ ਕੇ ਦੇਖ ਲਓ। ਜਿਹੜੇ ਬਾਹਰੋਂ ਸੱਜਣ ਮਿੱਤਰ, ਸਾਡੇ ਯਾਰ ਦੋਸਤ ਜਿਹੜੇ ਲਾਗਲੇ ਪਿੰਡਾਂ ਤੋਂ ਵੀ ਆਉਂਦੇ ਆ, ਉਹ ਸਾਨੂੰ ਬੜੀ ਸ਼ਰਮ ਮਹਿਸੂਸ ਹੁੰਦੀ ਆ ਜਦੋਂ ਅਸੀਂ ਉਹਨਾਂ ਦੇ ਪਿੰਡਾਂ ਵਿੱਚ ਜਾਂਦੇ ਹਾਂ ਅਤੇ ਕੈਸੀਆਂ ਸਾਫ਼ ਸੁਥਰੀਆਂ ਉਹਨਾਂ ਦੀਆਂ ਗਲੀਆਂ, ਕੈਸੇ ਉਹਨਾਂ ਨੇ ਆਪਣੇ ਪਾਣੀ ਨੂੰ ਜਿਹੜਾ ਵਾਟਰ ਟਰੀਟਮੈਂਟ ਦੇ ਪਲਾਂਟ ਜਿਹੜੇ ਬਣਾਏ ਹੋਏ ਆ। ਸਾਡੇ ਪਿੰਡ ਨਗਰ ਪੰਚਾਇਤ ਹੋਣ ਦੇ ਬਾਵਜੂਦ, ਇੰਨਾ ਪੈਸਾ ਆਉਣ ਦੇ ਬਾਵਜੂਦ ਵੀ ਇੱਥੇ ਇੱਕ ਧਿੱਲੇ ਦਾ ਕੰਮ ਜਿਹੜਾ ਉਹ ਨਗਰ ਪੰਚਾਇਤ ਵੱਲੋਂ ਨਹੀਂ ਕੀਤਾ ਗਿਆ। ਜਿਹਦਾ ਤੁਸੀਂ ਰੂਪ ਜਿਹੜਾ ਦੇਖ ਰਹੇ ਹੋ ਸਾਹਮਣੇ, ਇਹ ਰੂੜੀ ਦਾ ਢੇਰ ਜਿਹੜਾ ਹੈ, ਮੇਨ ਸੜਕ ਜਿਹੜੀ ਆ ਇਹਦੇ 'ਤੇ ਲੱਗਾ ਹੋਇਆ ਆਵਾਜਾਈ ਵਾਲਾ ਰਸਤਾ ਹੈ, ਲਾਗੇ ਇਹਦੇ ਸਰਕਾਰੀ ਕੁੜੀਆਂ ਲੜਕੀਆਂ ਦਾ ਸਕੂਲ ਆ। ਸੋ ਇੱਧਰੋਂ ਦੀ ਆਵਾਜਾਈ ਕਾਫੀ ਰਹਿੰਦੀ ਹੈ ਅਤੇ ਉਸ 'ਤੇ ਗੰਦਗੀ ਦੇ ਢੇਰ ਇੰਨੇ ਲੱਗੇ ਹੋਏ ਆ ਵੀ ਇਹ ਦੇਖ ਕੇ ਸਾਨੂੰ ਬੜੀ ਸ਼ਰਮਿੰਦਗੀ ਹੁੰਦੀ ਆ ਵੀ ਜਦੋਂ ਕੋਈ ਸਾਡੇ ਸਕੂਲ ਦੇ ਵਿੱਚੋਂ ਇੱਥੋਂ ਲੜਕੀਆਂ ਲੰਘਦੀਆਂ, ਪੜ੍ਹਨ ਲਈ ਜਾਂਦੀਆਂ ਆਉਂਦੀਆਂ, ਉਹ ਗੰਦਗੀ ਦੇ ਵਿੱਚ ਮਹਿਸੂਸ ਕਰਦੀਆਂ, ਨੱਕ ਨੂੰ ਢੱਕ ਕੇ ਇੱਥੋਂ ਲੰਘਣਾ ਪੈਂਦਾ, ਇੰਨੀ ਮੁਸ਼ਕਿਲ ਆ ਇੱਥੇ। ਸੋ ਇਹ ਗੰਦਗੀ ਨੂੰ ਚੁਕਾਉਣ ਬਾਰੇ ਜੇ ਨਗਰ ਪੰਚਾਇਤ ਨੂੰ ਕਿਹਾ ਗਿਆ ਤਾਂ ਉਹਨਾਂ ਦੇ ਕੰਨ 'ਤੇ ਵੀ ਅੱਜ ਤੱਕ ਕੋਈ ਜੂ ਨਹੀਂ ਸਰਕੀ ਹੈਗੀ ਵੀ ਕਿ ਇਹਨੂੰ ਸਾਫ਼ ਕਰਵਾਇਆ। ਹਾਲਾਂਕਿ ਇਹ ਜਿਹੜੀ ਜਗ੍ਹਾ 'ਤੇ ਜਿੱਥੇ ਗੰਦਗੀ ਦਾ ਢੇਰ ਲੱਗਾ, ਇਹ ਕਿਸੇ ਦੇ ਨਾਂ 'ਤੇ ਇਹਨਾਂ ਦੀ ਮਾਲਕੀ ਬੋਲਦੀ ਆ, ਪਰ ਫਿਰ ਵੀ ਇਹ ਜਬਰਨ ਹੀ ਇੱਥੇ ਕੂੜੇ ਦਾ ਢੇਰ ਜਿਹੜਾ ਇੱਥੇ ਲਗਾਇਆ ਗਿਆ। ਇੱਥੇ ਕੀ ਸਾਰੇ ਪਿੰਡ ਦੇ ਵਿੱਚ ਕਿਤੇ ਵੀ ਕੂੜੇ ਦਾ ਸੁੱਟਣ ਦਾ ਜਾਂ ਕੂੜੇ ਨੂੰ ਜਿਹੜਾ ਡਿਸਟਰੋਏ ਕਰਨ ਦਾ ਕਿਤੇ ਵੀ ਕੋਈ ਪ੍ਰੋਪਰ ਇਹਨਾਂ ਦੇ ਕੋਈ ਪਲਾਨ ਹੀ ਹੈ ਨਹੀਂ ਆ ਨਗਰ ਪੰਚਾਇਤ ਦਾ ਵੀ ਕਿੱਥੇ ਇਹਨੂੰ ਸਿੱਟਿਆ ਜਾਵੇ, ਨਾ ਤੇ ਗੰਦੇ ਪਾਣੀ ਦੇ ਨਿਕਾਸ ਦਾ ਕੋਈ ਪਲਾਨ ਆ ਇਹਨਾਂ ਕੋਲ ਵੀ ਕਿੱਥੇ ਇਹਦਾ ਟਰੀਟਮੈਂਟ ਪਲਾਂਟ ਲਗਾਉਣਾ। ਹਜੇ ਤਾਈਂ ਜ਼ਮੀਨ ਅਕਵਾਇਰ ਕਰਕੇ ਉਹ ਜ਼ਮੀਨ ਜੇ ਅਕਵਾਇਰ ਹੋ ਗਈ ਆ ਤਾਂ ਉਸ ਦੇ ਉੱਤੇ ਕੰਮ ਹੀ ਨਹੀਂ ਸ਼ੁਰੂ ਹੋਇਆ ਅਜੇ ਤੱਕ। ਅਤੇ ਉਹ ਸਾਰੇ ਜਿਹੜੇ ਕੰਮ ਆ, ਇਹ ਗੰਦਗੀ ਦਾ ਢੇਰ ਜਿਹੜੇ ਹਰ ਢਿਲਵਾਂ ਦੇ ਹਰ ਪੱਤੀ ਦੇ ਹਰ ਮੁਹੱਲੇ ਜਗ੍ਹਾ ਲੱਗੇ ਹੋਏ ਆ। ਸੋ ਨਗਰ ਪੰਚਾਇਤ ਨੂੰ ਇਸ ਵੱਲ ਹੀ ਧਿਆਨ ਦੇਣਾ ਚਾਹੀਦਾ ਆ। ਤਾਂ ਉਹ ਜਿਹੜੇ ਸਾਡੇ ਮੌਜੂਦਾ ਹੁਣ ਜਿਹੜੇ ਨੁਮਾਇੰਦੇ ਨੇ, ਜਿਹੜੇ ਗਵਰਨਮੈਂਟ ਦੇ ਵਿੱਚ ਪਾਵਰ ਵਿੱਚ ਹਨ, ਉਹਨਾਂ ਨੂੰ ਇਸ ਪੱਖੀ ਧਿਆਨ ਦੇਣਾ ਚਾਹੀਦਾ ਵੀ ਇਸ ਨੂੰ ਸੁਧਾਰ ਕੀਤਾ ਜਾਵੇ। ਢਿਲਵਾਂ ਜਿਹੜਾ ਨਗਰ ਹੈ, ਇੱਥੋਂ ਸਿਰਫ ਵੋਟਾਂ ਬਟੋਰਨੀ ਨਾ ਆਇਆ ਜਾਵੇ, ਇੱਥੇ ਜਿਹੜੇ ਕੰਮ ਵੀ ਕਰਕੇ ਦਿੱਤੇ ਜਾਣ। ਸੋ ਮੈਂ ਇੰਨੀਆਂ ਗੱਲਾਂ ਦੇ ਨਾਲ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਕਰਦਾ ਔਰ ਮੈਂ ਪਰਚਮ ਪੰਜਾਬ TV ਦਾ ਵੀ ਧੰਨਵਾਦ ਕਰਦਾ ਜਿਹੜੇ ਇਸ ਮਸਲੇ ਨੂੰ ਲੈ ਕੇ ਸਾਰੇ ਵੀਰਾਂ ਦੇ ਧਿਆਨ ਵਿੱਚ ਲਿਆਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ ਜੀ ਵੀਰ ਜੀ, ਹੁਣ ਅਸੀਂ ਚੜ੍ਹਦੇ ਪਾਸੇ ਛੱਪੜ, ਜਿੱਥੇ ਕਿ ਢਿਲਵਾਂ ਮੁਹੰਮਦ ਕੀ ਪੱਤੀ ਦਾ ਪਾਣੀ ਪੈਂਦਾ, ਇੱਥੇ ਪਾਣੀ, ਇਸ ਜਗ੍ਹਾ 'ਤੇ ਪਾਣੀ ਪੈਂਦੇ ਨੂੰ ਤਕਰੀਬਨ 65 ਸਾਲ ਹੋ ਚੱਲੇ ਆ। ਮੈਂ ਛੋਟਾ ਜਿਹਾ ਸੀ, ਮੇਰੀ ਉਮਰ ਵੀ 67 ਸਾਲ ਦੀ ਹੋ ਚੱਲੀ ਆ। ਇਹਦੇ ਵਿੱਚ ਬੂਟੀ ਉੱਗੀ ਪਈ ਆ ਛੱਪੜ ਦੇ ਵਿੱਚ, ਕੋਈ ਪਤਾ ਨਹੀਂ ਲੱਗਦਾ ਇੱਥੇ ਛੱਪੜ ਵਾ ਕੀ ਆ।
ਨਾ ਇਹ ਛੱਪੜ ਦੀ ਸਫਾਈ ਹੋਈ ਆ, ਨਾ ਕਿਸੇ ਨੇ ਕੀਤੀ ਆ ਸਫਾਈ। ਇੱਥੇ ਪਤੰਗਾਂ ਉੱਡਦੀਆਂ, ਬੱਚੇ ਆਉਂਦੇ ਆ, ਪਤੰਗਾਂ ਜਦੋਂ ਡਿੱਗਦੀਆਂ ਤੇ ਬੱਚਿਆਂ ਨੂੰ ਪਤਾ ਨਹੀਂ ਲੱਗਦਾ। ਇਹ ਬਹੁਤ ਡੂੰਘਾ 30 ਫੁੱਟ ਦੇ ਕਰੀਬ ਇਹ ਛੱਪੜ ਵਾ, ਇਹਦੇ ਵਿੱਚ ਬੱਚੇ ਡਿੱਗ ਜਾਂਦੇ ਆ। ਇੱਕ ਦੋ ਵਾਰੀ ਬੱਚੇ ਰੱਸਿਆ ਫੜਾ ਕੇ ਬੜੀ ਮੁਸ਼ਕਲ ਨਾਲ ਕੱਢੇ ਹੋਏ ਇੱਥੋਂ। ਔਰ ਇਹ ਛੱਪੜ ਦੀ ਐਡੀ ਤਰਸਯੋਗ ਹਾਲਤ ਵਾ, ਤੇ ਲਾਗੇ ਆ ਦੇਖੋ ਲਾਈਟ ਕੋਈ ਨਹੀਂ ਗੀ। ਕਮੇਟੀ ਵਾਲਿਆਂ ਨੇ ਸਾਰੇ ਖੰਭੇ ਰੰਡੇ ਹੋਏ ਆ, ਸਿਰਫ ਡੰਡੇ ਹੀ ਖਾਲੀ ਆ। ਇੱਧਰਲੇ ਵੀ ਖੰਭੇ ਦੇਖ ਲਓ, ਕੋਈ ਇੱਧਰ ਲਾਈਟ ਨਹੀਂ ਗੀ, ਕੋਈ ਬੱਤੀ ਨਹੀਂ ਗੀ, ਤੇ ਬਹੁਤ ਤਰਸਯੋਗ ਆ। ਰੋਡ ਦੇ ਉੱਤੇ ਚੱਲ ਲਾਗੇ ਇਹ ਛੱਪੜ ਆ ਤੇ ਗੋਡੇ ਗੋਡੇ ਗੰਦ ਵਾ। ਤੇ ਇੰਨੀਆਂ ਹੀ ਬੇਨਤੀ, ਹੋਰ ਕੋਈ ਗੱਲ ਤੇ ਨਹੀਂ ਮੈਨੂੰ ਆਉਂਦੀ ਨਹੀਂ। ਵਾਹਿਗੁਰੂ ਜੀ ਕਾ ਹੁਣ ਖਾਲਸਾ। ਆਪਾਂ ਪਹੁੰਚ ਚੁੱਕੇ ਹਾਂ, ਆਪਾਂ ਇਹ ਚੜ੍ਹਦੇ ਪਾਸੇ ਹੀ ਛੱਪੜ ਜਿਹੜਾ ਇਹਨਾਂ ਦੇ। ਪਹਿਲੀ ਤਾਂ ਗੱਲ ਮੈਂ ਤਾਂ ਹੈਰਾਨ ਆ ਇਸ ਗੱਲ ਤੋਂ ਵੀ ਚੜ੍ਹਦੇ ਪਾਸੇ ਨੂੰ ਪਾਣੀ ਦਾ ਜਿਹੜਾ ਨਿਕਾਸ ਇਹ ਕੱਢਿਆ ਗਿਆ। ਹਾਲਾਂਕਿ ਹਰ ਇੱਕ ਪਿੰਡ ਦੇ ਵਿੱਚ, ਹਰ ਇੱਕ ਸ਼ਹਿਰ ਦੇ ਵਿੱਚ ਜਿਹੜਾ ਹੈ ਉਹ ਲਹਿੰਦੇ ਪਾਸੇ ਨੂੰ ਜਿਹੜਾ ਨਿਮਾਣ ਹੁੰਦਾ ਉੱਧਰ ਨੂੰ ਪਾਣੀ ਦਾ ਨਿਕਾਸ ਕੱਢਿਆ ਜਾਂਦਾ। ਇਹ ਪਹਿਲਾ ਪਿੰਡ ਆ ਸਾਡਾ ਐਸਾ ਕਿ ਜਿਹਨੇ ਨਗਰ ਪੰਚਾਇਤ ਦੇ ਦੁਆਰਾ ਚੜ੍ਹਦੇ ਪਾਸੇ ਨੂੰ ਇਹਦਾ ਜਿਹੜਾ ਪਾਣੀ ਦਾ ਨਿਕਾਸ ਕੱਢਿਆ ਗਿਆ। ਸੋ ਉਸ ਤੋਂ ਬਾਅਦ ਜੇ ਗੱਲ ਕਰੀਏ ਇਸ ਛੱਪੜ ਦੀ, ਤੇ ਇਸ ਛੱਪੜ ਦੀ ਕਦੀ ਵੀ ਸਫਾਈ ਜਿਹੜੀ ਆ ਉਹ ਮੇਰੇ ਖਿਆਲ ਨਾਲ ਇਹ ਜਿੱਦਾਂ ਦੱਸ ਰਹੇ ਆ ਪੱਤੀ ਦੇ ਨੁਮਾਇੰਦੇ ਜਿਹੜੇ ਆ ਸੱਜਣ ਆਏ ਹੋਏ ਆ, ਵੀ ਬੜੇ ਚਿਰ ਤੋਂ ਲੰਮੇ ਸਮੇਂ ਤੋਂ ਇਹਦੀ ਸਫਾਈ ਨਹੀਂ ਹੋਈ। ਤੁਸੀਂ ਖੁਦ ਦੇਖ ਸਕਦੇ ਹੋ ਇਹ ਕਿੱਦਾਂ ਬੂਟੀ ਉੱਗੀ ਹੋਈ ਹੈ ਇਹਦੇ ਵਿੱਚ। ਇਹਦੇ ਵਿੱਚ ਪਤਾ ਹੀ ਨਹੀਂ ਲੱਗ ਰਿਹਾ ਇਸ ਜਗ੍ਹਾ 'ਤੇ ਕਿ ਇਸ ਜਗ੍ਹਾ 'ਤੇ ਛੱਪੜ ਹੈਗਾ ਕਿ ਨਹੀਂ। ਤਾਂ ਨਿਆਣੇ ਖੇਡਦੇ, ਬੱਚੇ ਜਿਹੜੇ ਆ ਲਾਗੇ ਘਰਾਂ ਦੀ ਆਬਾਦੀ ਆ, ਸਕੂਲ ਆ, ਨਿਆਣੇ ਖੇਡਦੇ ਕਈ ਵਾਰੀ ਇੱਧਰ ਨੂੰ ਜਾ ਵੜਦੇ ਆ। ਉਹ ਪਿੱਛੇ ਪਤਾ ਲੱਗਾ ਮੈਨੂੰ ਹੁਣ ਕਿ ਇੱਥੇ ਬੱਚੇ ਵੀ ਇੱਕ ਦੋ ਵਾਰੀ ਇਹਦੇ ਵਿੱਚ ਡਿੱਗ ਗਏ, ਬੜੀ ਮੁਸ਼ਕਲ ਨਾਲ ਉਹਨਾਂ ਦੀ ਜਾਨ ਬਚਾਈ ਗਈ ਆ। ਸੋ ਨਗਰ ਪੰਚਾਇਤ ਨੇ ਇਹਦੇ ਛੱਪੜ ਤੇ ਚਲੋ ਜਿਹੜਾ ਹੈ ਹੀ ਆ, ਇਹਦੇ ਨਾਲ ਕੋਈ ਤਾਰ ਵਗੈਰਾ ਜਾਂ ਸੇਫਟੀ ਇਹੋ ਜਿਹੀ ਦੇਣ ਦੀ ਵੀ ਕੋਈ ਆਪਣੇ ਕੋਸ਼ਿਸ਼ ਨਹੀਂ ਕੀਤੀ ਵੀ ਜਿਹੜਾ ਇਸ ਨੂੰ ਇਹ ਇੰਨੀ ਕੀ ਸੇਫਟੀ ਦੇ ਦਿੱਤੀ ਜਾਵੇ ਕਿ ਇਹਦੇ ਵਿੱਚ ਕੋਈ ਜਾਨਵਰ, ਕੋਈ ਬੱਚਾ ਜਾਂ ਕੋਈ ਇੱਦਾਂ ਦੀ ਮਿਸ ਹੈਪਨਿੰਗ ਨਾ ਹੋ ਜਾਵੇ ਡਿੱਗ ਕੇ। ਸੋ ਉਸ ਤੋਂ ਬਾਅਦ ਜੇ ਗੱਲ ਕਰ ਲਈਏ ਸਟਰੀਟ ਲਾਈਟਾਂ ਦੀ, ਤਾਂ ਤੁਹਾਨੂੰ ਜਿਵੇਂ ਸਾਡੇ ਵੱਡੇ ਭਾਜੀ ਦੱਸ ਚੁੱਕੇ ਆ ਵੀ ਸਟਰੀਟ ਲਾਈਟਾਂ ਦੇ ਨਾਂ 'ਤੇ ਸਿਰਫ ਇਕੱਲੇ ਪੋਲ ਹੀ ਖੜ੍ਹੇ ਆ, ਨਾ ਤੇ ਉਹਨਾਂ ਦੇ ਉੱਤੇ ਕੋਈ ਲਾਈਟ ਦਾ ਪ੍ਰਬੰਧ ਆ, ਤੇ ਨਾ ਹੀ ਕੋਈ ਇੱਥੇ ਜਿੱਥੇ ਬਿਨਾਂ ਨਹੀਂ ਲੋੜ ਉੱਥੇ ਲਾਈਟ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਉਹ ਕੂੜੇ ਕਰਕਟ ਦਾ ਢੇਰ ਤੁਹਾਨੂੰ ਅਸੀਂ ਪਹਿਲਾਂ ਦਿਖਾਇਆ। ਉਸ ਤੋਂ ਬਾਅਦ ਇਹ ਸੜਕ ਤੋਂ ਲੰਮੇ ਰੁੱਖ ਤੋਂ ਜਿੱਥੋਂ ਵੀ ਤਾਂ ਹੀ ਤੁਹਾਡੀ ਨਿਗਾਹ ਜਾਂਦੀ ਆ, ਕਿਤੇ ਵੀ ਪੋਲ ਜਿਹੜਾ ਉਹ ਲਾਈਟ ਦੇ ਨਾਲ ਨਹੀਂ ਲੱਗਾ ਹੋਇਆ, ਲਾਈਟ ਨਹੀਂ ਲੱਗੀ ਹੋਈ ਉਹਦੇ 'ਤੇ। ਸੋ ਇਹ ਜਿਹੜੀਆਂ ਪਿੰਡ ਦੀਆਂ ਜਿਹੜੀਆਂ ਬੇਸਿਕ ਜਿਹੜੀਆਂ ਲੋੜਾਂ ਆ, ਇਹਨਾਂ ਦੇ ਉੱਤੇ ਹੀ ਨਗਰ ਪੰਚਾਇਤ ਜਿਹੜੀ ਇਹ ਧਿਆਨ ਨਹੀਂ ਦੇ ਸਕਦੀ। ਤਾਂ ਹੋਰ ਜਿਹੜੇ ਮੁੱਢਲੇ ਜਿਹੜੀਆਂ ਕੰਮ ਜਿਹੜੇ ਹੋਰ ਕੀ ਕਰਨੇ। ਨਗਰ ਪੰਚਾਇਤ ਕੋਲ ਢਿਲਮਾਂ ਵਿੱਚ ਜਿਹੜਾ PSC ਪ੍ਰਾਇਮਰੀ ਹੈਲਥ ਸੈਂਟਰ ਆ, ਉਹਦੇ ਵਿੱਚ ਅੱਜ ਤੱਕ 24 ਘੰਟੇ ਲਈ ਡਾਕਟਰ ਨਹੀਂ ਪ੍ਰੋਵਾਈਡ ਕਰਵਾ ਸਕੀ। 4.5 ਸਾਲ ਮੇਰੇ ਖਿਆਲ ਨਾਲ ਹੋਣ ਲੱਗੇ ਨਗਰ ਪੰਚਾਇਤ ਬਣੀ ਨੂੰ। ਸੋ ਇਹਨਾਂ ਕੋਲੋਂ ਉੱਥੇ ਡਾਕਟਰ ਜਿਹੜਾ 24 ਘੰਟੇ ਇੱਕ ਜਿਹੜੀ ਸਿਹਤ ਸਹੂਲਤ ਆ ਉਹ ਨਹੀਂ ਉਪਲਬਧ ਕਰਵਾ ਹੋਈ ਹੈ। ਹੋਰ ਦੱਸੋ ਇਹਨਾਂ ਛੱਪੜਾਂ ਦੀ ਕੋਈ ਸਾਫ਼ ਸਫਾਈ ਨਹੀਂ ਕਰਾ ਸਕਦੇ, ਕੀ ਕੰਮ ਕਰ ਰਹੀ ਹੈ ਨਗਰ ਪੰਚਾਇਤ ਢਿਲਵਾਂ। ਸੋ ਇਹੋ ਜਿਹੀ ਨਖੇਧ ਨਗਰ ਪੰਚਾਇਤ ਨੂੰ ਜਿਹੜਾ ਉਹ ਬਰਖਾਸਤ ਹੀ ਕਰ ਦੇਣਾ ਚਾਹੀਦਾ ਮੇਰੇ ਖਿਆਲ ਦੇ ਵਿੱਚ ਤਾਂ। ਸੋ ਮੈਂ ਇੰਨੀਆਂ ਬੇਨਤੀਆਂ ਦੇ ਨਾਲ ਤੁਹਾਡੇ ਤੋਂ ਖਿਮਾ ਦਾ ਜਾਚਕਾਂ, ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਲਿਆ ਗਿਆ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਾਰੇ ਨਗਰ ਨਿਵਾਸੀਆਂ ਨੂੰ ਔਰ ਸੁਣਨ ਵਾਲਿਆਂ ਵੀਰਾਂ ਨੂੰ ਮੇਰੀ ਮੋਹ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਦੇਸ਼ ਵਿਦੇਸ਼ ਵਿੱਚ ਇਹ ਚੈਨਲ ਨੇ ਚੱਲਣਾ ਵੀਰ ਜੀ, ਔਰ ਮੈਂ ਦੂਸਰੀ ਵਾਰ ਇਹ ਛੱਪੜ ਲਾਗੇ ਹਾਜ਼ਰ ਹੋਇਆ। ਔਰ ਸਰ ਮੈਂ ਬੇਨਤੀਆਂ ਇੰਨੀਆਂ ਕਿ ਲੈ ਕੇ ਕਮੇਟੀ ਦਫ਼ਤਰ ਚਲੇ ਗਿਆ, ਔਰ ਮੇਰੀ ਕਮੇਟੀ ਵਾਲਾ ਇੰਨਾ ਕਿ ਮਜ਼ਾਕ ਉਡਾਉਂਦੇ ਤੇ ਤੁਸੀਂ ਪੁੱਛੋ ਕੁਛ ਨਾ। ਜਦੋਂ ਪਹਿਲੀ ਵਾਰ ਮੈਂ ਇਹਨਾਂ ਕੋਲ ਕਮੇਟੀ ਵਾਲਿਆਂ ਕੋਲ ਪਹੁੰਚਾ ਸਰ, ਉਹ MC ਸਾਹਿਬ ਆਪਣੀ ਇਹ ਗੱਲ ਕਹਿੰਦੇ, ਜੇ ਤੁਹਾਡੀ ਕਿਤੇ ਉੱਪਰ ਤੱਕ ਪਹੁੰਚ ਹੈ ਤੇ ਤੁਸੀਂ ਦੱਸੋ। ਸਾਡਾ ਜਿਹੜਾ ਮੌਜੂਦਾ MC ਆ ਇਹ ਗੱਲਾਂ ਸਾਡੀਆਂ ਨੂੰ ਰੋਕਦਾ ਜੀ। ਪਹਿਲਾ ਨੰਬਰ 'ਤੇ ਸਰ MC ਅਸੀਂ ਬਣਵਾਉਂਦੇ, ਸਾਡੀ ਪੱਤੀ 'ਚ 15 ਸਾਲ ਹੋ ਗਏ ਲਗਾਤਾਰ ਇੱਕੋ ਹੀ MC ਆ ਰਿਹਾ, ਸਿਰਫ 2-3 ਬੰਦਿਆਂ ਦੇ ਕਹਿਣ 'ਤੇ। ਜੇ ਉਹ ਮੋਹਰੀ ਬੰਦੇ ਆ, ਇਹ ਚੀਜ਼ ਉਹ ਮੋਹਰੀ ਬੰਦਿਆਂ ਨੂੰ ਨਜ਼ਰ ਨਹੀਂ ਆਉਂਦੀ ਸਰ। ਪੱਤੀ 'ਚ ਕੋਈ MC ਨਹੀਂ, ਕੋਈ ਲੰਬੜਦਾਰ ਨਹੀਂ। ਸਾਡੀ ਪੱਤੀ 'ਚ ਕੋਈ MC ਨਹੀਂ, ਕੋਈ ਲੰਬੜਦਾਰ ਨਹੀਂ, ਪਰ ਜਿਹੜਾ ਮੋਹਰੀ ਬੰਦਾ ਬਣ ਕੇ ਕਹਿੰਦਾ ਵੀ ਇਸ ਬੰਦੇ ਨੂੰ ਵੋਟ ਪਾਓ, ਉਹ ਸਰ ਜੀ ਉਹਨਾਂ ਨੂੰ ਬੰਦਿਆਂ ਨੂੰ ਇਹ ਚੀਜ਼ ਨਹੀਂ ਨਜ਼ਰ ਆਉਂਦੀ। ਕਿਸੇ ਦਾ ਬੱਚਾ ਨਜ਼ਰ ਨਹੀਂ ਆਉਂਦਾ ਗਰੀਬ ਦਾ। 100% ਸੀਵਰੇਜ ਪਾਇਆ ਵੀਰ ਜੀ। ਜੇ ਕਿਸੇ ਬੰਦੇ ਦੀ ਘਰ ਦੇ ਸਾਹਮਣੇ ਉਹ ਗਟਰ ਦਾ ਢੱਕਣ ਚੱਕਿਆ ਜਾਵੇ ਤੇ ਉੱਥੇ ਸੱਪਾਂ ਦੇ ਬੱਚੇ ਤੁਹਾਨੂੰ ਇੰਨੇ ਕੁ ਮਿਲਣਗੇ ਵੀ ਇੰਨੇ ਘਰ 'ਚ ਜੀ ਨਹੀਂ ਮਿਲਣੇ। ਦੱਸੋ ਸਰ ਜੀ, ਅਸੀਂ ਤੁਹਾਡੇ ਗਾੜੀ ਅਰਜ਼ ਨਾ ਕਰੀਏ, ਬੇਨਤੀ ਨਾ ਕਰੀਏ ਤੇ ਕੀ ਕਰੀਏ। ਇਸ ਕਰਕੇ ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਵੀ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਜਾਵੇ। ਇਸ ਕਰਕੇ ਵੀਰ ਜੀ ਦੂਸਰੀ ਵਾਰ ਫਿਰ ਦੁਬਾਰਾ ਬੇਨਤੀ ਲੈ ਕੇ ਆਏ ਸਰ ਜੀ। ਕੱਲ੍ਹ ਨੂੰ ਕੋਈ ਗੱਲਬਾਤ ਜਾਂ ਕੋਈ ਵਾਰਦਾਤ ਹੋ ਜੇ ਸਰ, ਫਿਰ ਤੁਸੀਂ ਕਹੋਗੇ ਕਿਸੇ ਪਿੰਡ ਵਾਲੇ ਬੰਦੇ ਨੇ ਗੱਲ ਹੀ ਨਹੀਂ ਕੀਤੀ ਸਰ। ਹੁਣ ਤਕਰੀਬਨ ਸਾਰੇ ਪਿੰਡ ਦਾ ਮਾਹੌਲ ਤੁਸੀਂ ਇਹ ਵੀਰ ਜਰੀਏ ਦੇਖ ਹੀ ਚੁੱਕੇ ਹੋ।
ਹਨਾ ਸਰ। ਹਰ ਐਮਸੀ ਕਹਿੰਦਾ ਵੀ ਮੈਂ ਬਹੁਤ ਸੁਧਾਰ ਕਰ ਰਿਹਾ, ਠੀਕ ਹੈ ਕਰ ਰਿਹਾ ਸਰ, ਕਰ ਰਿਹਾ ਆਪਣੇ ਦਰਵਾਜ਼ੇ ਲਾਗੇ, ਔਰ ਸਾਡੇ ਦਰਵਾਜ਼ੇ ਤੇ ਕੋਈ ਐਮਸੀ ਹੈ ਨਹੀਂ, ਸਾਡੇ ਦਰਵਾਜ਼ੇ ਤੇ ਕੋਈ ਕਰਿੰਦਾ ਮੂਰਲਾ ਹੈ ਹੀ ਨਹੀਂ ਸਰ। ਅਸੀਂ ਕਿਹਦੇ ਗਾੜੀ ਜਾਈਏ, ਕਿਹਦੇ ਗਾੜੀ ਬੇਨਤੀ ਕਰੀਏ? ਅਸੀਂ ਤੇ ਸਰ ਇਸ ਕਰਕੇ ਚੈਨਲ ਥਰੂ ਤੁਹਾਡੇ ਗਾੜੀ ਬੇਨਤੀ ਕਰਨਾ ਚਾਹੁੰਦੇ ਆ। ਆ ਜਿੰਨੇ ਪਤਵੰਤੇ ਸੱਜਣ ਆ ਮੇਰੇ ਵੀਰ ਪਿਆਰੇ, ਸਭ ਬੰਦੇ ਦੇ ਦਿਲ 'ਚ ਭੜਾਸ ਆ, ਪਰ ਇਹ ਬੋਲਣਾ ਨਹੀਂ ਚਾਹੁੰਦੇ। ਬੋਲਣਾ ਇਸ ਕਰਕੇ ਨਹੀਂ ਚਾਹੁੰਦੇ ਵੀ ਸਾਡਾ ਭਾਈਚਾਰਾ ਖੋ ਜਾਣਾ, ਔਰ ਭਾਈਚਾਰਾ ਖੋਣ ਨਾਲ ਸਾਡਾ ਕੋਈ ਫਾਇਦਾ ਥੋੜੀ ਸਰ। ਆਉਂਦੇ ਸਮੇਂ 'ਚ ਹਰ ਜਿੰਨਾ ਪਤਵੰਤਾ ਸੱਜਣ ਮੋਹਰੀ ਆ, ਉਹਦਾ ਸਾਰਾ ਪਰਿਵਾਰ ਬਾਹਰ ਆ ਸਰ। ਜਿਹੜਾ ਬੰਦਾ ਮਾਤੜ ਹੈ ਉਹਨੇ ਵੀਰ ਜੀ ਇੱਥੇ ਰਹਿਣਾ, ਔਰ ਮਾਤੜ ਬੰਦੇ ਦੀ ਸਰਕਾਰ ਨੇ ਨਹੀਂ ਸੁਣਨੀ ਤੇ ਕਿੰਨੇ ਸੁਣਨੀ? ਇਸ ਕਰਕੇ ਮੇਰੀ ਬੇਨਤੀ ਸਰਕਾਰ ਗਾੜੀ ਵੀ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਦਰਸ਼ਕੋ ਆਪਾਂ ਹੁਣੇ ਵਿਚਾਰ ਸੁਣੇ ਆ ਸਾਡੇ ਢਿਲਵਾਂ ਵਾਸੀਆਂ ਦੇ, ਜੋ ਕਿ ਬਹੁਤ ਸਮੇਂ ਤੋਂ ਨੱਕ ਭੋਗ ਰਹੇ ਨੇ, ਕਿਉਂਕਿ ਬਿਲਕੁਲ ਵੀ ਉਹਨਾਂ ਦੀ ਨਾ ਤੇ ਕੋਈ ਸੁਣਵਾਈ ਹੋ ਰਹੀ ਆ, ਨਾ ਹੀ ਉਹਨਾਂ ਵੱਲੋਂ ਕੋਈ ਨਗਰ ਪੰਚਾਇਤ ਢਿਲਵਾਂ ਵੱਲੋਂ ਕੋਈ ਗੌਰ ਕੀਤਾ ਜਾ ਰਿਹਾ ਹੈ। ਹੁਣ ਦੇਖਣਾ ਇਹ ਹੈ ਕਿ ਕਦੋਂ ਤੱਕ ਇਹ ਲੋਕ ਉਹਨਾਂ ਅੱਗੇ ਮਿੰਨਤ ਤਰਲਾ ਕਰਦੇ ਰਹਿਣਗੇ, ਔਰ ਕਦੋਂ ਤੱਕ ਢਿਲਵਾਂ ਨਗਰ ਪੰਚਾਇਤ ਜਿਹੜੀ ਹੈ ਉਹਨਾਂ ਨੂੰ ਅਣਸੁਣਿਆ ਕਰੂਗੀ। ਫਿਰ ਮਿਲਦੇ ਹਾਂ ਜੀ ਬਹੁਤ ਜਲਦ ਆਪਾਂ ਤੁਹਾਨੂੰ ਇੱਕ ਨਵੇਂ ਮੁੱਦੇ ਦੇ ਨਾਲ, ਇੱਕ ਨਵੀਂ ਅਪਡੇਟ ਦੇ ਨਾਲ। ਸੋ ਮੈਂ ਵਿਦਾ ਚਾਹਾਂਗਾ ਜੀ ਤੁਹਾਡੇ ਕੋਲੋਂ। ਰੱਬ ਰੱਖਾ, ਸਤਿ ਸ਼੍ਰੀ ਅਕਾਲ।